ਦੋਸਤੋ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਚਾਹ ਦਾ ਗਲਾਸ ਫੜਨ ਦੀ ਆਦਤ ਸਿਰਫ ਭਾਰਤੀਆਂ ਨੂੰ ਹੀ ਨਹੀਂ ਬਲਕਿ ਇਹ ਤਾਂ ਕਈ ਦੇਸ਼ਾਂ ਵਿੱਚ ਸੈਂਕੜੇ ਸਾਲਾਂ ਤੋਂ ਚੱਲਦੀ ਆ ਰਹੀ ਹੈ। ਸਾਡੇ ਦੇਸ਼ ਵਿੱਚ ਤਾਂ ਚਾਹ ਇੰਨੀ ਜ਼ਿਆਦਾ ਫੇਮਸ ਹੈ ਕਿ ਜੇਕਰ ਕੋਈ ਰਿਸ਼ਤੇਦਾਰ ਭੁੱਲ ਭੁਲੇਖੇ ਆ ਵੀ ਜਾਵੇ ਤਾਂ ਰੋਟੀ ਨਾਲੋਂ ਜ਼ਿਆਦਾ ਤਾਂ ਉਹਨੂੰ ਚਾਹ ਪਿਲਾ ਦਈਦੀ ਹੈ। ਇੱਥੋਂ ਤੱਕ ਕਿ ਹੁਣ ਤਾਂ ਰਾਜਨੀਤੀ ਵਿੱਚ ਵੀ ਚਾਹ ਤੇ ਚੁਸਕੀ ਵਰਗੇ ਕਈ ਡਿਬੇਟਾਂ ਵੀ ਸ਼ੁਰੂ ਹੋ ਗਈਆਂ ਹਨ। ਪਰ ਦੋਸਤੋ ਕੀ ਤੁਸੀਂ ਸੋਚਿਆ ਹੈ ਇਹ ਚਾਹ ਕਿੱਥੋਂ ਕਦੋਂ ਅਤੇ ਕਿਵੇਂ ਆਈ ਸੀ? ਜ਼ਿਆਦਾਤਰ ਲੋਕ ਤਾਂ ਇਹੀ ਸੋਚਦੇ ਹਨ ਕਿ ਚਾਹ ਦੀ ਸ਼ੁਰੂਆਤ ਭਾਰਤ ਵਿੱਚ ਹੀ ਹੋਈ ਸੀ, ਪਰ ਇਹ ਗੱਲ ਸੱਚ ਨਹੀਂ ਹੈ। ਚਾਹ ਦੀ ਸ਼ੁਰੂਆਤ ਦੋਸਤੋ ਚੀਨ ਤੋਂ ਮੰਨੀ ਜਾਂਦੀ ਹੈ। ਤਾਂ ਦੋਸਤੋ ਆਪਾਂ ਵੀ ਗੱਲ ਕਰ ਲੈਂਦੇ ਹਾਂ ਚਾਹ ਦੇ ਬਾਰੇ। ਇਹ ਕਦੋਂ, ਕਿਸਨੇ ਅਤੇ ਕਿਵੇਂ ਉਗਾਈ ਸੀ। ਅਤੇ ਹਾਂ, ਵੀਡੀਓ ਕਿਵੇਂ ਜਿਹੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਤਾਂ ਸ਼ੁਰੂ ਕਰਦੇ ਹਾਂ ਚਾਹ ਦੀ ਕਹਾਣੀ। ਦੋਸਤੋ ਚਾਹ ਕੋਈ ਟੈਕਨੀਕਲ ਚੀਜ਼ ਨਹੀਂ ਹੈ ਜਿਸ ਦੀ ਖੋਜ ਲਈ ਕਈ ਵਿਗਿਆਨੀਆਂ ਦੀ ਲੋੜ ਪੈਣੀ ਸੀ, ਬਲਕਿ ਚਾਹ ਦੀ ਖੋਜ ਲਈ ਤਾਂ ਇੱਕ ਇਤਿਹਾਸਿਕ ਕਹਾਣੀ ਪ੍ਰਚਲਿਤ ਹੈ। ਇਤਿਹਾਸਕਾਰਾਂ ਮੁਤਾਬਕ ਚਾਹ ਦੀ ਖੋਜ ਅਚਾਨਕ ਹੀ ਹੋਈ ਸੀ। ਕਿਹਾ ਜਾਂਦਾ ਹੈ ਕਿ ਅੱਜ ਤੋਂ ਕਰੀਬ 5000 ਸਾਲ ਪਹਿਲਾਂ ਚੀਨ ਵਿੱਚ ਇੱਕ ਰਾਜਾ ਜਿਸ ਦਾ ਨਾਮ ਸੀ ਸ਼ਾਨਾਸ਼ੀ, ਜੋ ਕਿ ਆਪਣੀ ਸਿਹਤ ਲਈ ਦੋਸਤੋ ਕਾਫੀ ਜ਼ਿਆਦਾ ਪਾਬੰਦ ਹੁੰਦਾ ਸੀ, ਉਹ ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣਾ ਪਸੰਦ ਕਰਦਾ ਸੀ। ਇੱਕ ਦਿਨ ਕੀ ਹੋਇਆ ਦੋਸਤੋ, ਉਹ ਗਰਮ ਪਾਣੀ ਦਾ ਗਲਾਸ ਲੈ ਕੇ ਆਪਣੇ ਸਾਥੀਆਂ ਨਾਲ ਬਾਗ ਵਿੱਚ ਕਿਸੇ ਜਗ੍ਹਾ ਤੇ ਬੈਠੇ ਤਾਂ ਅਜੇ ਗੱਲਬਾਤ ਚੱਲੀ ਹੀ ਸੀ ਕਿ ਨੇੜਲੇ ਕਿਸੇ ਝਾੜੀ ਤੋਂ ਇੱਕ ਪੱਤਾ ਟੁੱਟ ਕੇ ਉਹਨਾਂ ਦੇ ਗਰਮ ਪਾਣੀ ਦੇ ਗਲਾਸ ਵਿੱਚ ਗਿਰ ਜਾਂਦਾ ਹੈ। ਹੁਣ ਉਹ ਪਾਣੀ ਦਾ ਰੰਗ ਵੀ ਲਾਲ ਹੋ ਜਾਂਦਾ ਹੈ ਅਤੇ ਉਸ ਨੂੰ ਖੁਸ਼ਬੂ ਵੀ ਆਉਣ ਲੱਗ ਜਾਂਦੀ ਹੈ। ਅਤੇ ਜਦੋਂ ਰਾਜੇ ਨੇ ਇਹ ਪੀ ਕੇ ਦੇਖਿਆ ਤਾਂ ਉਸ ਨੂੰ ਵੀ ਇਹ ਵਧੀਆ ਲੱਗਦਾ ਹੈ। ਬੇਸ਼ੱਕ ਇਹ ਗੱਲ ਊਟ ਪਟਾਂਗ ਜਿਹੀ ਲੱਗਦੀ ਹੈ, ਪਰ ਇਹ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ। ਤਾਂ ਦੋਸਤੋ ਅਸੀਂ ਵਾਪਸ ਆਉਂਦੇ ਹਾਂ ਆਪਣੇ ਟੌਪਿਕ ਤੇ। ਤਾਂ ਦੋਸਤੋ ਜਦੋਂ ਰਾਜੇ ਨੇ ਪੱਤੀ ਵਾਲਾ ਪਾਣੀ ਪੀ ਕੇ ਦੇਖਿਆ ਤਾਂ ਉਸ ਨੂੰ ਤਾਜ਼ਗੀ ਜਿਹੀ ਮਹਿਸੂਸ ਹੋਈ। ਹੁਣ ਰਾਜੇ ਨੇ ਆਪਣੇ ਨੌਕਰਾਂ ਨੂੰ ਕਹਿ ਦਿੱਤਾ ਕਿ ਸਾਰੇ ਪੱਤਿਆਂ ਦੀ ਜਾਂਚ ਕਰਵਾਈ ਜਾਵੇ ਅਤੇ ਉਸ ਨੂੰ ਹੋਰ ਉਗਾਉਣ ਦੇ ਆਦੇਸ਼ ਦੇ ਦਿੱਤੇ। ਹੌਲੀ ਹੌਲੀ ਇਹ ਚਾਹ ਦਾ ਪਹਿਲਾ ਰੂਪ ਇੰਨਾ ਮਸ਼ਹੂਰ ਹੋਇਆ ਕਿ ਇਸ ਨੂੰ ਹੁਣ ਰਾਜਾ ਹੀ ਨਹੀਂ ਸਗੋਂ ਦਰਬਾਰੀ ਵੀ ਆਮ ਤੌਰ ਤੇ ਪੀਣ ਲੱਗੇ। ਸ਼ਾਹੀ ਲੋਕਾਂ ਤੋਂ ਬਾਅਦ ਹੁਣ ਇਹ ਚੀਨ ਦੇ ਆਮ ਲੋਕਾਂ ਤੱਕ ਵੀ ਪਹੁੰਚ ਚੁੱਕਾ ਸੀ। ਹੁਣ ਜਦੋਂ ਕੋਈ ਵੀ ਕਿਸੇ ਦੂਸਰੇ ਮੁਲਕ ਚੋਂ ਆਉਂਦਾ ਤਾਂ ਉਸ ਦੀ ਮਹਿਮਾਨ ਨਵਾਜੀ ਵਜੋਂ ਉਸ ਨੂੰ ਇਹ ਪਿਲਾਣਾ ਸ਼ੁਰੂ ਕਰ ਦਿੱਤਾ ਸੀ। ਪਰ ਉਹਨਾਂ ਨੂੰ ਇਹ ਖਾਸ ਹਦਾਇਤ ਦਿੱਤੀ ਗਈ ਸੀ ਕਿ ਇਸ ਦੀ ਰੈਸਿਪੀ ਕਿਸੇ ਨੂੰ ਨਾ ਦਿੱਤੀ ਜਾਵੇ। ਇਹੀ ਕਾਰਨ ਸੀ ਕਿ ਦੋਸਤੋ ਚਾਹ ਦੀ ਖੋਜ ਦੀ ਜਾਣਕਾਰੀ ਸਾਲਾਂ ਤੱਕ ਦੁਨੀਆ ਤੋਂ ਬਹੁਤ ਦੂਰ ਰਹੀ ਸੀ। ਕੁਦਰਤੀ ਪਦਾਰਥ ਹੋਣ ਕਾਰਨ ਇਸ ਨੂੰ ਬੋਧੀ ਭਿਕਸ਼ੂਆਂ ਨੇ ਵੀ ਲੈਣਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੂੰ ਵੀ ਇਸ ਦੀ ਕੋਈ ਪ੍ਰੋਬਲਮ ਨਹੀਂ ਸੀ। ਸਮੇਂ ਦੇ ਨਾਲ ਨਾਲ ਉਹਨਾਂ ਨੇ ਵੀ ਚਾਹ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਚਾਹ ਪੀਣ ਤੋਂ ਬਾਅਦ ਉਹਨਾਂ ਨੂੰ ਗਰਮੀ ਅਤੇ ਤਾਜ਼ਗੀ ਮਿਲਦੀ ਹੁੰਦੀ ਸੀ ਅਤੇ ਲੰਬੇ ਸਮੇਂ ਤੱਕ ਉਹ ਧਿਆਨ ਵਿੱਚ ਬੈਠਣ ਵਿੱਚ ਵੀ ਆਸਾਨੀ ਮਹਿਸੂਸ ਕਰਦੇ ਸੀ। ਜਿੱਥੇ ਚੀਨ ਦੇ ਲੋਕ ਇਸ ਰਾਜ ਨੂੰ ਦਬਾਉਣ ਵਿੱਚ ਕੋਈ ਕਸਰ ਨਹੀਂ ਸੀ ਛੱਡ ਰਹੇ, ਉੱਥੇ ਹੀ ਬੋਧੀ ਭਿਕਸ਼ੂ ਇਸ ਤੋਂ ਬਿਲਕੁਲ ਉਲਟ ਜਿੱਥੇ ਵੀ ਜਾਂਦੇ ਆਪਣੇ ਨਾਲ ਚਾਹ ਦੀਆਂ ਪੱਤੀਆਂ ਨਾਲ ਲੈ ਕੇ ਜਾਂਦੇ ਸਨ ਅਤੇ ਨੇੜੇ ਤੇੜੇ ਦੇ ਲੋਕਾਂ ਨੂੰ ਵੀ ਦਿਲ ਖੋਲ੍ਹ ਕੇ ਪਿਲਾਉਂਦੇ ਹੁੰਦੇ ਸਨ। ਫਿਰ ਸਮੇਂ ਦੇ ਨਾਲ ਨਾਲ ਧਰਮ ਪ੍ਰਚਾਰ ਵਿੱਚ ਲੱਗੇ ਭਿਕਸ਼ੂ ਚਾਹ ਦੀਆਂ ਪੱਤੀਆਂ ਨੂੰ ਲੈ ਕੇ ਦੂਸਰੇ ਦੇਸ਼ਾਂ ਵਿੱਚ ਪਹੁੰਚ ਗਏ, ਜਿਸ ਦੇ ਕਾਰਨ ਇਸ ਦੀ ਜਾਣਕਾਰੀ ਭੂਟਾਨ ਤੋਂ ਨੇਪਾਲ, ਨੇਪਾਲ ਤੋਂ ਜਾਪਾਨ ਅਤੇ ਜਾਪਾਨ ਤੋਂ ਹੁੰਦੀ ਹੋਈ ਭਾਰਤ ਤੱਕ ਪਹੁੰਚ ਚੁੱਕੀ ਸੀ। ਬੋਧੀ ਭਿਕਸ਼ੂਆਂ ਨੇ ਜਦੋਂ ਅਸਾਮ ਵਿੱਚ ਡੇਰਾ ਪਾਇਆ ਤਾਂ ਉੱਥੇ ਉਹਨਾਂ ਨੇ ਚਾਹ ਦੀਆਂ ਪੱਤੀਆਂ ਦੇ ਕਈ ਬੂਟੇ ਵੀ ਉਗਾ ਲਏ ਸਨ। ਫਿਰ ਇਸ ਤਰ੍ਹਾਂ ਇਸ ਦੀ ਜਾਣਕਾਰੀ ਭਾਰਤ ਦੇ ਆਮ ਲੋਕਾਂ ਤੱਕ ਪਹੁੰਚਣੀ ਸ਼ੁਰੂ ਹੋ ਚੁੱਕੀ ਸੀ। ਹਾਲਾਂਕਿ ਉਸ ਸਮੇਂ ਇਸ ਦੀਆਂ ਪੱਤੀਆਂ ਦਾ ਇਸਤੇਮਾਲ ਦਵਾਈ ਦੇ ਤੌਰ ਤੇ ਹੀ ਕੀਤਾ ਜਾਂਦਾ ਸੀ, ਕਿਉਂਕਿ ਕਿਹਾ ਜਾਂਦਾ ਸੀ ਕਿ ਇਹ ਜ਼ਖਮ ਭਰਨ ਵਿੱਚ ਬਹੁਤ ਕਾਰਗਰ ਸਿੱਧ ਹੁੰਦੀ ਸੀ। ਦੋਸਤੋ ਇਹੀ ਕਾਰਨ ਸੀ ਕਿ ਕਈ ਸਦੀਆਂ ਤੱਕ ਚਾਹ ਦੇ ਪੱਤਿਆਂ ਬਾਰੇ ਭਾਰਤ ਦੇ ਹੋਰ ਭਾਗਾਂ ਵਿੱਚ ਇਸ ਦੀ ਜਾਣਕਾਰੀ ਨਹੀਂ ਸੀ ਪਹੁੰਚੀ, ਕਿਉਂਕਿ ਲੋਕ ਸਿਰਫ ਇਸ ਨੂੰ ਜੜੀ ਬੂਟੀਆਂ ਦੇ ਤੌਰ ਤੇ ਹੀ ਸਿਰਫ ਇਸਤੇਮਾਲ ਕਰਿਆ ਕਰਦੇ ਸਨ। ਪਰ ਜਾਪਾਨ ਵਿੱਚ ਇਸ ਦਾ ਖੂਬ ਪ੍ਰਚਾਰ ਹੋਇਆ। ਉੱਥੇ ਦੇ ਲੋਕ ਇਸ ਨੂੰ ਰੋਜ਼ਾਨਾ ਦੀ ਚੀਜ਼ ਸਮਝ ਕੇ ਵਰਤਣ ਲੱਗ ਪਏ ਸਨ। ਉਦੋਂ ਹੀ ਇਸ ਦੀ ਭਿਣਕ ਕਿਸੇ ਨਾ ਕਿਸੇ ਤਰ੍ਹਾਂ ਇੰਗਲੈਂਡ ਤੱਕ ਪਹੁੰਚ ਜਾਂਦੀ ਹੈ ਤਾਂ ਇਸੇ ਸਮੇਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜਾਪਾਨ ਵਿੱਚ ਇਸ ਦੀ ਬਹੁਤ ਜ਼ਿਆਦਾ ਪੈਦਾਵਾਰ ਹੁੰਦੀ ਹੈ। ਤਾਂ ਉਹ ਚਾਹ ਦੀ ਪੱਤੀਆਂ ਲਈ ਦੋਸਤੋ ਜਾਪਾਨ ਤੇ ਨਿਰਭਰ ਹੋ ਜਾਂਦੇ ਹਨ। ਹੁਣ ਜਾਪਾਨ ਦੇ ਲੋਕ ਇਸ ਦੀ ਵਧੇਰੇ ਮੰਗ ਨੂੰ ਦੇਖਦਿਆਂ ਇਸ ਨੂੰ ਵੱਡੇ ਪੱਧਰ ਤੇ ਉਗਾਉਣ ਲੱਗ ਪੈਂਦੇ ਹਨ। ਉੱਥੇ ਹੀ ਇਹ ਸਭ ਲਈ ਇੰਗਲੈਂਡ ਨੂੰ ਚਾਹ ਪੱਤੀ ਵਾਸਤੇ ਬਹੁਤ ਵੱਡੀ ਕੀਮਤ ਵੀ ਚੁਕਾਉਣੀ ਪੈਂਦੀ ਸੀ, ਕਿਉਂਕਿ ਜਾਪਾਨ ਇਸ ਨੂੰ ਬਹੁਤ ਮਹਿੰਗੇ ਦਾਮ ਉੱਤੇ ਵੇਚਿਆ ਕਰਦਾ ਸੀ। ਪਰ ਭਾਰਤ ਵਿੱਚ ਉਸ ਸਮੇਂ ਈਸਟ ਇੰਡੀਆ ਕੰਪਨੀ ਦੀ ਸ਼ੁਰੂਆਤ ਵੀ ਹੋ ਚੁੱਕੀ ਸੀ। ਸ਼ੁਰੂਆਤ ਦੇ ਨਾਲ ਹੀ ਬ੍ਰਿਟਿਸ਼ਰਾਂ ਨੇ ਭਾਰਤੀਆਂ ਦੇ ਖਾਣ ਪੀਣ ਉੱਤੇ ਰਿਸਰਚਾਂ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ। ਤਾਂ ਉਹਨਾਂ ਨੂੰ ਇਸ ਅਧਿਐਨ ਸਮੇਂ ਪਤਾ ਲੱਗਦਾ ਹੈ ਕਿ ਨਾਰਥ ਈਸਟ ਵਿੱਚ ਕੁਝ ਲੋਕ ਇੱਕ ਕਾਲੇ ਰੰਗ ਦਾ ਪਦਾਰਥ ਵੀ ਪੀਂਦੇ ਹਨ,
ਜਿਸ ਨਾਲ ਉਹਨਾਂ ਨੂੰ ਤਾਜ਼ਗੀ ਅਤੇ ਗਰਮੀ ਮਿਲਦੀ ਹੈ। ਜਦੋਂ ਕੰਪਨੀ ਅਫਸਰਾਂ ਵੱਲੋਂ ਇਸ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਦਾ ਹੈ ਕਿ ਇਹ ਜੰਗਲੀ ਚਾਹ ਦੇ ਪੱਤੇ ਸਨ। ਅੰਗਰੇਜ਼ਾਂ ਲਈ ਦੋਸਤੋ ਇਹ ਅਸਾਮ ਦੀ ਜੰਗਲੀ ਚਾਹ ਪੱਤੀ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਸੀ। ਭਾਰਤ ਵਿੱਚ ਚਾਹ ਹੋਣ ਦੀ ਸਭ ਤੋਂ ਪਹਿਲੀ ਖਬਰ ਭਾਰਤ ਦੇ ਉਸ ਸਮੇਂ ਦੇ ਬ੍ਰਿਟਿਸ਼ ਗਵਰਨਰ ਲਾਰਡ ਵਿਲੀਅਮ ਬੈਂਟਿੰਗ ਨੂੰ 1834 ਵਿੱਚ ਮਿਲੀ ਸੀ। ਤਾਂ ਜਦੋਂ ਦੋਸਤੋ ਬੈਂਟਿੰਗ ਨੇ ਆਪਣੇ ਅਫਸਰਾਂ ਨਾਲ ਇੰਗਲੈਂਡ ਵਿੱਚ ਗੱਲਬਾਤ ਸ਼ੁਰੂ ਕੀਤੀ ਤਾਂ ਉਹਨਾਂ ਨੇ ਇਸ ਦੀ ਜਾਂਚ ਦੀ ਪ੍ਰਵਾਨਗੀ ਵੀ ਦੇ ਦਿੱਤੀ ਸੀ। ਤਾਂ ਇਸ ਸਮੇਂ 1 ਸਾਲ ਦੀ ਮਿਹਨਤ ਤੋਂ ਬਾਅਦ ਬ੍ਰਿਟਿਸ਼ਰਾਂ ਨੂੰ ਇਸ ਦੀ ਪੂਰੀ ਜਾਣਕਾਰੀ ਵੀ ਮਿਲ ਚੁੱਕੀ ਸੀ ਅਤੇ ਉਹਨਾਂ ਨੇ ਇਸ ਦਾ ਸਭ ਤੋਂ ਪਹਿਲਾ ਬਾਗ 1835 ਵਿੱਚ ਅਸਾਮ ਵਿੱਚ ਲਗਾ ਦਿੱਤਾ ਸੀ। ਤਾਂ ਇਸ ਤੋਂ ਬਾਅਦ ਚਾਹ ਦੀ ਮੰਗ ਵੀ ਬਹੁਤ ਜ਼ਿਆਦਾ ਵਧਣ ਲੱਗ ਚੁੱਕੀ ਸੀ। ਦੋਸਤੋ ਅਸਾਮ ਤੋਂ ਬਾਅਦ ਚਾਹ ਦੀ ਬਾਗਬਾਨੀ ਦਾਰਜਲਿੰਗ ਅਤੇ ਦਾਰਜਲਿੰਗ ਤੋਂ ਉੜੀਸਾ ਤੋਂ ਬਾਅਦ ਫਿਰ ਦੱਖਣੀ ਭਾਰਤ ਤੱਕ ਵੀ ਪਹੁੰਚ ਚੁੱਕੀ ਸੀ। ਈਸਟ ਇੰਡੀਆ ਕੰਪਨੀ ਹੁਣ ਭਾਰਤ ਵਿੱਚ ਚਾਹ ਉਗਾ ਕੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੇਚਣ ਦਾ ਕੰਮ ਵੀ ਸ਼ੁਰੂ ਕਰ ਚੁੱਕੀ ਸੀ, ਜਿਸ ਤੋਂ ਬਾਅਦ ਅੰਗਰੇਜ਼ਾਂ ਨੇ ਭਾਰਤ ਵਿੱਚ ਚਾਹ ਦੇ ਬਾਗਾਂ ਨੂੰ ਹੋਰ ਵਧਾਉਣਾ ਵੀ ਸ਼ੁਰੂ ਕਰ ਦਿੱਤਾ। ਅੰਗਰੇਜ਼ ਦੋਸਤੋ ਖਾਣ ਪੀਣ ਦੇ ਮਾਮਲੇ ਵਿੱਚ ਬਹੁਤ ਜ਼ਿਆਦਾ ਸਫਾਈ ਪਸੰਦ ਕਰਿਆ ਕਰਦੇ ਸਨ। ਉਹ ਨਹੀਂ ਸੀ ਚਾਹੁੰਦੇ ਕਿ ਉਹਨਾਂ ਦੀ ਚਾਹ ਪੱਤੀ ਨੂੰ ਕੋਈ ਹੱਥ ਲਗਾ ਕੇ ਗੰਦਾ ਕਰੇ। ਇਸ ਤੋਂ ਬਾਅਦ 1901 ਵਿੱਚ 2 ਬ੍ਰਿਟਿਸ਼ਰ ਮਹਿਲਾਵਾਂ ਰੋਬਰਟੋ ਸਿਲੋਨ ਅਤੇ ਮੈਰੀ ਮੌਕਲਿਨ ਨੇ ਕੋਟਨ ਦੇ ਕੱਪੜੇ ਵਿੱਚ ਚਾਹ ਪੱਤੀ ਨੂੰ ਬੰਨ੍ਹ ਕੇ ਛੋਟੀ-ਛੋਟੀ ਥੈਲੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਉਹਨਾਂ ਦਾ ਇਹ ਤਰੀਕਾ ਦੋਸਤੋ ਕਾਫੀ ਮਸ਼ਹੂਰ ਵੀ ਹੁੰਦਾ ਹੈ, ਜਿਸ ਨੂੰ ਅੱਜ ਅਸੀਂ ਟੀ ਬੈਗ ਦੇ ਨਾਮ ਨਾਲ ਵੀ ਜਾਣਦੇ ਹਾਂ। ਫਿਰ 1930 ਵਿੱਚ ਵਿਲੀਅਮ ਹਾਰਮਨਸਨ ਨੇ ਪਹਿਲੀ ਵਾਰ ਕਾਗਜ਼ ਵਾਲੇ ਟੀ ਬੈਗ ਵੀ ਬਣਾ ਦਿੱਤੇ ਸਨ, ਜਿਨ੍ਹਾਂ ਦੀ ਲਾਗਤ ਵੀ ਘੱਟ ਸੀ ਅਤੇ ਵਰਤੋਂ ਵਿੱਚ ਵੀ ਬਹੁਤ ਆਸਾਨ ਸਨ ਅਤੇ ਉਹਨਾਂ ਨੇ ਇਸ ਟੀ ਕੰਪਨੀ ਨੂੰ ਪੇਟੈਂਟ ਕਰਵਾ ਕੇ ਸੈਲੋਟਾ ਕੰਪਨੀ ਨੂੰ ਵੀ ਵੇਚ ਦਿੱਤਾ ਸੀ। 1944 ਤੱਕ ਟੀ ਬੈਗ ਕੰਪਨੀਆਂ ਕਾਫੀ ਮਸ਼ਹੂਰ ਹੋ ਚੁੱਕੀਆਂ ਸਨ। ਫਿਰ ਅੰਗਰੇਜ਼ 1947 ਵਿੱਚ ਜਦੋਂ ਭਾਰਤ ਵਿੱਚੋਂ ਬਾਹਰ ਗਏ ਤਾਂ ਭਾਰਤ ਸਰਕਾਰ ਨੇ ਵੀ ਚਾਹ ਦਾ ਕਾਰੋਬਾਰ ਉਸੇ ਤਰ੍ਹਾਂ ਹੀ ਜਾਰੀ ਰੱਖਿਆ ਅਤੇ 1953 ਵਿੱਚ ਇੰਡੀਅਨ ਟੀ ਬੋਰਡ ਦੀ ਵੀ ਸਥਾਪਨਾ ਕੀਤੀ, ਜਿਸ ਨਾਲ ਹੁਣ ਚਾਹ ਦੇ ਕਾਰੋਬਾਰ ਅਤੇ ਨਵੇਂ ਬੀਜਾਂ ਤੇ ਨਵੀਆਂ ਰਿਸਰਚਾਂ ਵੀ ਸ਼ੁਰੂ ਹੋ ਚੁੱਕੀਆਂ ਸਨ। ਅੱਜ ਭਾਰਤ ਵਿੱਚ ਚਾਹ ਦੀਆਂ 50 ਤੋਂ ਵੱਧ ਕਿਸਮਾਂ ਮੌਜੂਦ ਹਨ ਅਤੇ ਜੋ ਕਿ ਪੂਰੀ ਦੁਨੀਆ ਵਿੱਚ ਵੀ ਮਸ਼ਹੂਰ ਹਨ, ਜਿਸ ਕਾਰਨ ਹੁਣ ਭਾਰਤ ਦੀ ਚਾਹ ਇੰਡਸਟਰੀ ਹਮੇਸ਼ਾ ਪ੍ਰੋਫਿਟੇਬਲ ਕੀਤਾ ਹੀ ਰਹੀ ਹੈ। ਤਾਂ ਦੋਸਤੋ ਜਦੋਂ ਤੁਸੀਂ ਆਪਣੀ ਅਗਲੀ ਚਾਹ ਪੀਵੋਗੇ ਤਾਂ ਇਹ ਇਤਿਹਾਸ ਜ਼ਰੂਰ ਯਾਦ ਰੱਖਿਓ। ਅੱਜ ਦੀ ਵੀਡੀਓ ਵਿੱਚ ਦੋਸਤੋ ਇੰਨਾ ਹੀ। ਮਿਲਦੇ ਹਾਂ ਆਪਣੀ ਅਗਲੀ ਵੀਡੀਓ ਵਿੱਚ। ਜੁੜੇ ਰਹੋ ਸਾਡੇ ਨਾਲ। ਤਦ ਤੱਕ ਲਈ ਧੰਨਵਾਦ।